ਸਤਿ ਸ਼੍ਰੀ ਅਕਾਲ। ਲੋਕਰਾਣ ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਗੁਰਜਿੰਦਰ ਸਿੰਘ ਭੰਗੂ ਤੇ ਮੇਰੇ ਨਾਲ ਡਾਕਟਰ ਪਿਆਰੇ ਲਾਲ ਗਰਗ ਸਾਹਿਬ ਜੀ ਆਇਆਂ। ਸ਼ੁਕਰੀਆ ਜੀ, ਬਹੁਤ ਬਹੁਤ ਜੀ ਦੋਸਤੋ, ਜੋ ਅਸੀਂ ਗੱਲ ਕਰ ਰਹੇ ਹਾਂ ਕਿ ਜੋ ਸੁਪਰੀਮ ਕੋਰਟ ਨੇ ਜਨਵਰੀ 2021 ਦੇ ਵਿੱਚ ਕਮੇਟੀ ਬਣਾਈ ਸੀ, ਜਦੋਂ ਇਹ ਅੰਦੋਲਨ ਚੱਲਦਾ ਸੀ 3 ਖੇਤੀ ਕਾਨੂੰਨਾਂ ਨੂੰ ਲੈ ਕੇ। ਹੁਣ ਉਸ ਕਮੇਟੀ ਦੀ ਰਿਪੋਰਟ ਆਈ ਹੈ ਕਿ ਦੇਸ਼ ਦੇ ਰਿਪੋਰਟ ਹਾਲਾਂਕਿ ਸੁਪਰੀਮ ਕੋਰਟ ਦੇ ਵਿੱਚ ਸਬਮਿਟ ਹੈ ਪਰ ਜਨਤਕ ਕਰ ਦਿੱਤੀ ਗਈ। ਉਹਦੇ 'ਚ ਇਹ ਗੱਲ ਹੈ ਕਿ ਦੇਸ਼ ਦੇ 86% ਕਿਸਾਨ ਤਾਂ ਇਹਨਾਂ 3 ਖੇਤੀ ਕਾਨੂੰਨਾਂ ਦੇ ਨਾਲ ਸਹਿਮਤ ਸੀ। ਇਹ ਗੱਲ ਉਦੋਂ ਕਿਉਂ ਰਿਪੋਰਟ ਦੀ ਨਿਕਲ ਕੇ ਆਈ ਜਦੋਂ ਕਿਸਾਨ ਜਥੇਬੰਦੀਆਂ ਆਪਣਾ ਪ੍ਰੋਗਰਾਮ ਬਣਾ ਰਹੀਆਂ ਨੇ ਕਿ ਅਸੀਂ MSP ਦੇ ਉੱਤੇ ਤੇ ਸਾਡੀਆਂ ਤਮਾਮ ਮੰਗਾਂ ਜੋ ਪੈਂਡਿੰਗ ਨੇ BJP ਸਰਕਾਰ ਦੇ ਖਿਲਾਫ, ਉਹਨਾਂ ਦੇ ਲਈ ਅਸੀਂ ਸੰਘਰਸ਼ ਲੜਾਂਗੇ, ਸੜਕਾਂ ਤੇ ਆਵਾਂਗੇ, ਵੱਡੇ ਅਸੀਂ ਅੰਦੋਲਨ ਕਰਾਂਗੇ। ਇਕੱਠੇ ਹੋ ਰਹੇ ਨੇ ਕਿਸਾਨ ਆਗੂ, ਆਪਸੀ ਮਤਭੇਦ ਦੂਰ ਕਰਕੇ ਇੱਕ ਉਹ ਰੋਡ ਮੈਪ ਤਿਆਰ ਕਰ ਰਹੇ ਨੇ ਤੇ ਉਸ ਦੇ ਐਨ ਵਿਚਾਲੇ ਇਹ ਕਮੇਟੀ ਦੀ ਰਿਪੋਰਟ ਆਉਣਾ ਕੀ ਮਾਇਨੇ ਰੱਖਦੀ ਹੈ। ਜਦੋਂ ਸਬਮਿਟ ਹੈ ਰਿਪੋਰਟ ਉਦੋਂ ਜਨਤਕ ਹੋਣਾ, ਇਹ ਗੱਲਾਂ ਅਸੀਂ ਡਾਕਟਰ ਸਾਹਿਬ ਤੋਂ ਸਮਝਾਂਗੇ। ਡਾਕਟਰ ਸਾਹਿਬ, ਤੁਸੀਂ ਕਿਵੇਂ ਦੇਖਦੇ ਹੋ ਜੋ ਇਹ ਕਮੇਟੀ ਦੀ ਰਿਪੋਰਟ ਨੇ ਅੰਕੜੇ ਪੇਸ਼ ਕੀਤੇ ਨੇ ਜੀ? ਦੇਖੋ, ਪਹਿਲੀ ਗੱਲ ਅੰਕੜਿਆਂ ਤੇ ਆਪਾਂ ਆਉਣ ਦੀ ਵੇਲੇ ਭੰਗੂ ਜੀ, ਅੰਕੜੇ ਕਿਵੇਂ ਵੀ ਕਰੇ ਜਾ ਸਕਦੇ ਨੇ। 86% ਕਹਿਣਾ ਕੀ ਹੈ ਵੀ 3 ਲੱਖ ਨੂੰ ਅਸੀਂ ਦੇਖਿਆ ਜੀ, 3 ਲੱਖ ਨੇ ਹਾਂ ਕਰੀ ਹੈ, 3.25 ਲੱਖ ਨੇ 50,000 55,000 ਨੇ ਨਾ ਕਰੀ ਹੈ ਤੇ ਉਹਦੇ ਚੋਂ ਕੈਲਕੂਲੇਟ ਕਰਤਾ। ਕਿਸਾਨ ਤਾਂ ਕਰੋੜਾਂ ਨੇ। ਜਿਹੜਾ ਪੰਜਾਬ ਦੇ ਵਿੱਚ ਵੀ 20 ਲੱਖ ਪਰਿਵਾਰ ਖੇਤੀ 'ਚ ਕਿਸਾਨੀ ਪਰਿਵਾਰ ਨੇ ਤੇ ਜੇ ਉਹਦੇ 'ਚ ਖੇਤ ਮਜ਼ਦੂਰ ਪਰਿਵਾਰ ਪਾ ਦਈਏ ਤਾਂ 36 ਲੱਖ ਬਣਦਾ। ਕਿੱਥੇ 36 ਲੱਖ ਪਰਿਵਾਰ ਤਾਂ ਇਕੱਲੇ ਪੰਜਾਬ 'ਚ ਹੈ। ਇਹ 3.25 ਲੱਖ ਲੈ ਕੇ ਤੇ 50,000 ਲੈ ਕੇ ਉਹਦੇ ਨਾਲ ਇਹ ਕੈਲਕੂਲੇਸ਼ਨ ਕਰੀ ਜਾਂਦੇ। ਦੂਜੀ ਗੱਲ ਇਹ ਹੈ, ਇਹ ਕਮੇਟੀ ਦਾ ਬਾਅਦ 'ਚ ਆਉਣਾ ਮੈਂ ਵੀ ਕਮੇਟੀ ਨੇ ਕਿਹਾ ਕੀ ਹੈ। ਇਹਦੀ ਜਿਹੜੀ ਨੈਤਿਕ ਜਿਹੜੀ ਹੈਗੀ ਹੈ, ਨੈਤਿਕਤਾ ਇਸ ਕਮੇਟੀ 'ਚ ਕੋਈ ਨਹੀਂ ਹੈ। ਉਹਦਾ ਕਾਰਨ ਕੀ ਹੈ, ਇਹ ਕਮੇਟੀ ਦੇ 3 ਮੈਂਬਰ ਪਹਿਲਾਂ ਹੀ ਆਪਣੀ ਰਾਏ ਦੇ ਚੁੱਕੇ ਸੀ ਵੀ ਕਾਨੂੰਨ ਜ਼ਰੂਰੀ ਨੇ, ਇਹ ਹੋਣੇ ਚਾਹੀਦੇ ਨੇ ਤੇ ਇਹ ਲਾਗੂ ਰਹਿਣੇ ਚਾਹੀਦੇ ਨੇ। ਹੁਣ ਉਹ 3 ਕਮੇਟੀ ਚਾਹੇ ਚੌਥਾ ਇੱਕ ਹੋਰ ਸੀ, ਉਹ ਛੱਡ ਗਏ ਜਿਹੜੇ ਆਪਾਂ ਨੂੰ ਪਤਾ ਹੀ ਆ ਆਪਣੇ ਜਿਹੜੇ ਸੀਗੇ ਤੇ ਉਹ ਮਾਨ ਸਾਹਿਬ। ਹੁਣ ਜਦ ਅਸੀਂ ਉਹ ਬੰਦੇ ਪਾਏ ਨੇ ਕਮੇਟੀ 'ਚ ਜਿਹੜੇ ਕਾਨੂੰਨ ਨੂੰ ਪਹਿਲਾਂ ਹੀ ਠੀਕ ਕਹਿੰਦੇ ਨੇ, ਉਹਨਾਂ ਦਾ ਤਾਂ ਆਪਦਾ ਵਿਚਾਰ ਹੈ, ਉਹਨਾਂ ਨੇ ਥਾਂ ਤੇ ਲਿਖਿਆ ਕਾਨੂੰਨ ਠੀਕ ਨੇ। ਇਹ ਕੌਣ ਸੋਚੇਗਾ ਵੀ ਉਹ ਕਿਤੇ ਇਹ ਕਹਿਣਗੇ ਵੀ ਹਾਂ ਜੀ ਕਾਨੂੰਨ ਗਲਤ ਨੇ ਜਾਂ ਕਾਨੂੰਨ ਵਾਪਸ ਹੋਣੇ ਚਾਹੀਦੇ ਨੇ ਜਾਂ ਕਾਨੂੰਨਾਂ 'ਚ ਕੋਈ ਬਦਲਾਅ ਜਾਂ ਕੁਝ ਹੋਣਾ ਚਾਹੀਦਾ। ਸੋ ਇਹ ਸਾਰੀ ਉਦੋਂ ਹੀ ਖਾਮਖਿਆਲੀ ਸੀ। ਇਸੇ ਕਰਕੇ ਕਿਸਾਨ ਜਥੇਬੰਦੀਆਂ, ਸੰਯੁਕਤ ਕਿਸਾਨ ਮੋਰਚੇ ਨੇ ਇਹ ਫੈਸਲਾ ਕਰਿਆ ਸੀ ਅਸੀਂ ਤਾਂ ਕਮੇਟੀ ਦੇ ਨਾਲ ਇੰਟਰਵਿਊ ਨਹੀਂ ਦੇਣੀ, ਅਸੀਂ ਨਹੀਂ ਪਾਰਟੀਸਪੇਟ ਕਰਨਾ, ਅਸੀਂ ਹਿੱਸੇ ਇਹਦੇ 'ਚ ਸ਼ਾਮਲ ਹੀ ਨਹੀਂ ਹੋਣਾ। ਸੋ ਇਹ ਗੱਲ ਠੀਕ ਸੀ। ਪਰ ਕਮੇਟੀ ਦੀ ਦੂਜੀ ਨੈਤਿਕਤਾ ਇੱਥੇ ਭੰਗ ਹੋ ਜਾਂਦੀ ਹੈ। ਰਿਪੋਰਟ ਸਬਮਿਟ ਕਰੀ ਹੈ ਸੁਪਰੀਮ ਕੋਰਟ ਨੂੰ, ਸੁਪਰੀਮ ਕੋਰਟ ਨੇ ਜਨਤਕ ਕਰੀ ਨਹੀਂ, ਕਮੇਟੀ ਦੇ ਮੈਂਬਰ ਨੇ ਚੱਕ ਕੇ ਜਨਤਕ ਕਰਤੀ। ਇਹ ਉਦੋਂ ਵੀ ਨੈਤਿਕਤਾ ਭੰਗ ਹੁੰਦੀ ਹੈ। ਤੀਜਾ, ਉਹਦੇ ਵਿੱਚ ਇਹਨਾਂ ਦੀ ਮਨਸ਼ਾ ਮਾੜੀ ਹੈ। ਜਿਵੇਂ ਤੁਸੀਂ ਪਹਿਲਾਂ ਹੀ ਕਿਹਾ, ਮਨਸ਼ਾ ਮਾੜੀ ਇਸ ਗੱਲ ਤੋਂ ਪਤਾ ਲੱਗਦੀ ਹੈ ਵੀ ਹੁਣ ਕਿਸਾਨ ਅੰਦੋਲਨ ਦੁਬਾਰਾ ਇਕੱਠਾ ਹੋਣ ਲੱਗਿਆ, ਹੁਣ ਉਹਨੇ ਆਪਣਾ ਪਟਾਰੀ ਚੋਂ ਕੱਢਤਾ ਸੱਪ। ਸੋ ਇਸ ਕਰਕੇ ਇਸ ਕਮੇਟੀ 'ਚ ਫਿਰ ਕੀ ਕਹਤਾ ਵੀ MSP ਤਾਂ ਸੰਭਵ ਹੀ ਨਹੀਂ ਹੈ ਕਿ ਖੇਤੀ ਬਿੱਲ ਹੋਣੇ ਚਾਹੀਦੇ, ਮਾਡਰਨਾਈਜੇਸ਼ਨ ਹੋਣੀ ਚਾਹੀਦੀ ਹੈ, MSP ਦੀ ਲੋੜ ਕੋਈ ਨਹੀਂ। ਸੋ ਜਦ ਤੁਸੀਂ ਇਹਨਾਂ ਗੱਲਾਂ ਨੂੰ ਸਾਰਾ ਕੁਝ ਕਹੋਗੇ ਜਾਂ ਵੀ ਸਟੇਟਾਂ ਆਪਦੀ MSP ਆਪੇ ਦੇ ਲੈਣ, ਸਰਕਾਰ ਹੀ ਕਹਿ ਦੂਗੀ MSP ਜਿਹਨੇ ਦੇਣੀ ਹੈ ਦੇ ਦੇ, ਅਸੀਂ ਨਹੀਂ ਦੇ ਸਕਦੇ। ਸੋ ਇਹ ਸਾਰਾ ਕੁਝ ਹੈ ਜਿਹੜਾ ਇਹ ਉਸੇ ਗੱਲ ਨੂੰ ਜਿਹੜਾ ਬਿੱਲ ਜਿਹੜਾ ਬਜਟ ਪੇਸ਼ ਕਰਿਆ ਪਿੱਛੇ ਸਰਕਾਰ ਨੇ, ਉਹਦੇ ਵਿੱਚ ਉਹਨਾਂ ਨੇ ਪਹਿਲਾਂ ਹੀ ਪਰਚੇਜ਼ ਦਾ ਬਜਟ ਘਟਾਤਾ 4,22,000 ਕਰੋੜ ਤੋਂ ਘਟਾ ਕੇ 2,42,000 ਕਰੋੜ ਕਰਤਾ ਇਹ ਜੀ ਫੂਡ ਗ੍ਰੇਨ ਦੀ ਪਰਚੇਜ਼ ਦਾ। ਸੋ 1,80,000 ਦਾ ਬਜਟ ਪਹਿਲਾਂ ਹੀ ਘਟਾਤਾ ਤੇ ਨਾਲ ਹੀ ਉਹਦੇ 'ਤੇ ਜਿਹੜੀ ਯੂਰੀਆ 'ਚ ਸਬਸਿਡੀ ਉਹ ਵੀ ਘਟਾਤੀ, ਅੱਧੀ ਕਰਤੀ ਤਕਰੀਬਨ, ਜਿਹੜੀ ਖਾਦਾਂ 'ਤੇ ਸਬਸਿਡੀ ਰਫਲੀ। ਸੋ ਉਸ ਤੋਂ ਇਹ ਪਤਾ ਲੱਗਦਾ ਹੈ ਵੀ ਸਰਕਾਰ ਉਹੀ ਅੰਬਾਨੀ ਅਡਾਨੀ ਵਾਲੇ ਪਾਸੇ ਜਾ ਰਹੀ ਹੈ। ਅੰਬਾਨੀ ਅਡਾਨੀ ਨਾਲ ਇੱਕ ਨਵੀਂ ਤੁਸੀਂ ਗੱਲ ਦੇਖੀ ਹੋਣੀ ਹੈ, ਅੱਜ ਜਿਹੜਾ ਸਾਇਲੋ ਹੈ ਇੱਥੇ ਕੈਥਲ ਦੇ ਲਾਗੇ, ਤੇ ਉਹਦੇ ਵਿੱਚ ਵੀ ਜਿਹੜਾ ਹੈ ਸਾਇਲੋ 'ਚ ਕਹਿਤਾ ਅਸੀਂ ਪਹਿਲਾਂ ਚਿੱਠੀ ਕੱਢਤੀ ਕਿ ਸਾਰੀ ਫਸਲ ਸਾਇਲੋ 'ਚ ਜਾਏਗੀ ਔਰ ਜਿਹੜਾ ਬੋਰੀਆਂ ਦਾ ਖਰਚਾ ਹੋ ਉਹ ਵੀ ਜਿਹੜਾ ਹੈਗੀ ਆ ਕੰਪਨੀ ਦੇਊਗੀ ਜਿਹੜੀ ਪਰਚੇਜ਼ ਕਰ ਰਹੀ ਹੈ, ਜਾਣੀ ਕਿ ਮਹਿਕਮਾ ਜਿਹੜਾ ਇੱਦੋਂ ਅੱਗੇ ਉੱਥੇ ਢੋ ਕੇ ਬੋਰੀਆਂ ਖਾਲੀ ਕਰਨ ਦਾ ਖਰਚਾ ਵੀ ਉਹ ਕਰੂਗਾ। ਉਹਦੇ 'ਚ ਰੌਲਾ ਬਹੁਤ ਪੈ ਗਿਆ ਵੀ ਇਹ ਤਾਂ ਕਿਸਾਨਾਂ ਦੇ ਆਪੇ ਹੋਗਾ, ਆਪਣੇ ਨਾਲ ਨੇ, ਪਟਿਆਲੇ ਦੇ ਜਮਾਂ ਨਾਲ ਨੇ, ਰਾਜਪੁਰ ਦੇ ਨਾਲ ਨੇ, ਭੇਵਾ, ਪੁੰਡਰੀ, ਇਹਨਾਂ ਏਰੀਆ ਦੇ ਵਿੱਚ ਸਦੋਪੁਰ, ਉਹ ਜਿਹੜਾ ਸਾਰਾ ਜਿਹੜਾ ਏਰੀਆ ਹੈ ਉਸ ਏਰੀਆ ਦੇ ਵਿੱਚ ਇਹਨਾਂ ਦਾ ਕੁਰਕਸ਼ੇਤਰ ਜਿਹੜਾ ਹੈ, ਕੈਥਲ ਜਿਹੜਾ ਹੈ, ਇਹਨਾਂ 2 ਜ਼ਿਲ੍ਹਿਆਂ ਦੇ ਵਿੱਚ ਇਹਨਾਂ ਨੇ ਉਸ ਦਾ ਭੋਗ ਪਾਉਣ ਦਾ ਫੈਸਲਾ ਕਰ ਲਿਆ ਸੀ। ਉਹ ਫਿਰ ਹੁਣ ਵਾਪਸ ਲੈਣਾ ਪਿਆ ਚਿੱਠੀ। ਹੁਣ
ਤੇ ਹੁਣ ਕਹਿ ਨਹੀਂ ਜੇ ਤੁਸੀਂ ਸਾਡੇ ਜਾਓਗੇ ਤੁਹਾਨੂੰ ਵੈਸੇ ਪੈਸੇ ਛੇਤੀ ਮਿਲ ਜਾਣਗੇ, ਤੁਹਾਨੂੰ ਚੜ੍ਹਾਈ ਨਹੀਂ ਕਰਵਾਉਣੀ ਪਊ, ਆਪੀ ਉੱਥੇ ਚਲਾ ਜਾਣਾ ਹੈ, ਫਟਾਫਟ ਹੀ ਸਿੱਧਾ ਜਾਊਗਾ। ਇਹੋ ਜਿਹੀਆਂ ਗੱਲਾਂ ਕਹੀਆਂ ਨੇ। ਆੜ੍ਹਤੀਆਂ ਨੂੰ ਵੀ ਅਸੀਂ ਪੈਸੇ ਦੇ ਦਿਆ ਕਰਾਂਗੇ, ਆੜ੍ਹਤ ਵੀ ਉੱਥੋਂ ਸਾਈਡੋ 'ਚ ਵੇਚ ਕੇ ਵੀ। ਇਹ ਸਾਰਾ ਕੁਛ ਇਹ ਪਹਿਲੇ ਲਾਲਚ ਨੇ ਮੁੱਢ ਅਸਲ 'ਚ ਤਾਂ ਕੀ ਹੈ ਵੀ ਦੇਣਾ ਕੁਛ ਨਹੀਂ ਹੈ। 1 ਸਾਲ ਦੇ ਦੇਣਗੇ, ਅਗਲੇ ਸਾਲ ਬੰਦ ਕਰ ਦੇਣਗੇ, ਤਾਂ ਕਿ ਲੋਕ ਇਕੱਠੇ ਨਾ ਹੋਣ, ਆੜ੍ਹਤੀਆ ਤੇ ਕਿਸਾਨ ਇਕੱਠਾ ਨਾ ਹੋਵੇ, ਕਿਸਾਨ ਇਕੱਠੇ ਹੋ ਕੇ ਆਪਣੀ ਗੱਲ ਨਾ ਕਰਨ, ਮੰਡੀਆਂ ਵਾਲੇ ਇਕੱਠੇ ਹੋ ਕੇ ਮੰਡੀ ਦੀ ਮੰਗ ਨਾ ਕਰਨ ਕਿ ਮੰਡੀ ਕਾਇਮ ਰਹੇ। ਅਸਲ ਦੇ ਵਿੱਚ ਜੇ ਆੜ੍ਹਤੀਏ ਨੂੰ ਮੰਨ ਜਾਵੇ, ਆੜ੍ਹਤੀਏ ਨੂੰ ਦੇ ਦਿੱਤੇ ਪੈਸੇ ਤੇ ਉਹ ਚਲਿਆ ਵੀ ਗਿਆ, ਤਾਂ ਜਿਹੜੇ ਉੱਥੇ ਮੰਡੀ 'ਚ ਕਿੰਨੇ ਭਰਾਈ ਵਾਲੇ ਨੇ, ਚੜਾਈ ਵਾਲੇ ਨੇ, ਮਜ਼ਦੂਰ ਨੇ, ਲਦਾਈ ਵਾਲੇ ਨੇ, ਉਹ ਕਿੱਥੇ ਜਾਣਗੇ? ਉਹਨਾਂ ਦਾ ਤਾਂ ਗਿਆ ਨਾ ਕੰਮ ਸਾਰਾ। ਹੋਰ ਉੱਥੇ ਢਾਬੇ ਢੁੱਬੇ ਵੀ ਕਾਫੀ ਚੱਲਦੇ ਨੇ। ਸੋ ਇਸ ਕਰਕੇ ਜਿਹੜਾ ਇਹ ਰੁਜ਼ਗਾਰ ਖੋਹਣ ਦਾ ਤਰੀਕਾ ਹੈ, ਤੇ ਉਹਦੇ ਵਿੱਚ ਇੱਕ ਪਾਸੇ ਸੈਲੋ ਦੀ ਗੱਲ, ਦੂਜੇ ਪਾਸੇ ਰਿਪੋਰਟ ਆਉਣੀ, ਤੀਜੇ ਪਾਸੇ ਕਿਸਾਨਾਂ ਦਾ ਇਕੱਠੇ ਹੋਣ ਦੀ ਸਕੀਮ। ਇਹ ਤਿੰਨਾਂ ਨੂੰ ਜੋੜ ਕੇ ਦੇਖਣ ਦੀ ਲੋੜ ਹੈ ਕਿ ਕਿਵੇਂ ਇਹ ਜਿਹੜੀਆਂ ਸਰਕਾਰਾਂ ਨੇ, ਇਹਨਾਂ ਦੇ ਜਿਹੜੇ ਅਧਿਕਾਰੀ ਨੇ, ਜਿਹੜੀਆਂ ਨੀਤੀਆਂ ਨੇ ਕੇਂਦਰ ਸਰਕਾਰ ਦੀਆਂ, ਉਹ ਇਹ ਨੀਤੀਆਂ ਇਹ ਨੇ ਕਿ ਕਿਸਾਨਾਂ ਤੋਂ ਜ਼ਮੀਨ ਕਿਸੇ ਨਾ ਕਿਸੇ, ਚਾਹੇ ਉਹ ਮਜਬੂਰੀ ਵਸ ਵੇਚੇ, ਚਾਹੇ ਉਹ ਦੁਖੀ ਹੋ ਕੇ ਵੇਚੇ, ਚਾਹੇ ਉਹ ਧੱਕੇ ਨਾਲ ਵੇਚੀ ਜਾਵੇ, ਚਾਹੇ ਉਹ ਕਾਰ ਕਰੀ ਜਾਵੇ ਕਿਸੇ ਵੀ ਇੱਥੇ ਹੁਣ ਸੜਕ ਬਣਾਉਣੀ, ਉਹਦੀ ਇੰਨੀ ਥੋੜ੍ਹੀ ਕਰ ਦਿਓ, ਵਿੱਚੋਂ ਦੀ ਲੰਘਾ ਕੇ ਜ਼ਮੀਨ ਕਾਰ ਕਰਕੇ ਅੱਧੀ ਕੁ, ਵੀ ਉਹਨੂੰ ਮੁੜ ਕੇ ਬਾਕੀ ਵੇਚਣੀ ਪਵੇ, ਚਾਹੇ ਉਹਦੀ ਪਰਚੇਜ਼ ਬੰਦ ਕਰ ਦਿਓ ਤਾਂ ਕਿ ਉਹ ਸੋਚੇ ਹੁਣ ਚੀਜ਼ ਦਾ ਮੁੱਲ ਹੀ ਨਹੀਂ ਮਿਲਦਾ, ਜਾਂ ਫਿਰ ਜਿਹੜੇ ਉਹਦੇ 'ਚ ਇਨਪੁੱਟਸ ਨੇ, ਖਾਦਾਂ ਨੇ, ਬੀਜ ਬਿੱਲ ਵੀ ਲੈ ਰਹੇ ਨੇ। ਇੱਕ ਉਹ ਬੀਜ ਬਿੱਲ ਦੇ ਵਿੱਚ ਵੀ ਹੈ ਕਿਸਾਨ ਦਾ ਹੱਕ ਨਹੀਂ ਹੈ ਬਿੱਲਾਂ ਦੇ ਉੱਤੇ, ਸੋ ਬੀਜਾਂ ਦੇ ਉੱਤੇ। ਸੋ ਮੈਨੂੰ ਇਹ ਲੱਗਦਾ ਮੋਟਾ ਜਿਹੜਾ ਸਾਰਾ ਹੈਗਾ ਹੈ, ਉਹ ਇਹ ਇਕੱਠ ਇਸ ਗੱਲ ਦੇ ਉੱਤੇ ਹੈ ਕਿ ਆਪਾਂ ਕਿਸਾਨ ਦੀ ਜ਼ਮੀਨ ਲੈਣੀ ਹੈ ਤੇ ਲੋਕਾਂ ਨੂੰ ਬੇਰੁਜ਼ਗਾਰ ਕਰਕੇ ਵੱਡੇ ਜਿਹੜੇ ਕਾਰਪੋਰੇਟ ਨੇ, ਚਾਹੇ ਅੰਬਾਨੀ ਅਡਾਨੀ ਨੇ, ਚਾਹੇ ਵਿਦੇਸ਼ੀ ਕਾਰਪੋਰੇਟ ਨੇ, ਉਹਨਾਂ ਦਾ ਕਰ ਪੂਰਾ ਕਰਨਾ ਹੈ। ਉਸ ਪਾਸੇ ਨੂੰ ਇਹ ਰਿਪੋਰਟ ਹੈ ਜਿਹੜੀ, ਇਹ ਰਿਪੋਰਟ ਉਹਨਾਂ ਦੀ ਹੀ ਸਮਰਥਕ ਹੈ। ਇਹਦੀ ਕੋਈ ਵੀ ਗੱਲ ਕਿਸਾਨਾਂ ਦੇ ਹੱਕ 'ਚ ਨਹੀਂ ਹੈ। ਕਹਿਣ ਨੂੰ ਜੋ ਮਰਜ਼ੀ ਕਹੀ ਜਾਣਗੇ। ਤੇ ਉਹਦਾ ਜਿਹੜਾ ਮੈਂ ਪਹਿਲਾਂ ਹੀ ਕਿਹਾ ਵੀ ਇਹ ਇਹਨਾਂ ਨੂੰ ਵੈਸੇ ਮੈਂਬਰ ਰਹਿਣਾ ਨਹੀਂ ਚਾਹੀਦਾ ਸੀ। ਜਦ ਵੀ ਕੋਈ ਇਹ ਇਤਰਾਜ਼ ਕਰਦੇ, ਜਿਵੇਂ ਕਿਸੇ ਡਾਕਟਰ ਕੋਲੋਂ ਜੇ ਕੋਈ ਮਰੀਜ਼ ਕਰੇ ਜੀ ਮੈਂ ਤਾਂ ਇਹ ਤੋਂ ਇਲਾਜ ਨਹੀਂ ਕਰਾਉਣਾ, ਉਹ ਡਾਕਟਰ ਨੂੰ ਉਹਦਾ ਇਲਾਜ ਨਹੀਂ ਕਰਨਾ ਚਾਹੀਦਾ। ਜੇ ਕੋਈ ਜਿਹੜਾ ਹੈ ਜੱਜ ਕੋਲੇ ਪੁਖਤਾ ਕਾਰਨ ਦੇ ਕੇ, ਪੁਖਤਾ ਕਾਰਨ ਦੱਸ ਕੇ, ਇਹ ਸਭ ਤੋਂ ਵੱਡਾ ਪੁਖਤਾ ਕਾਰਨ ਇਹ ਹੁੰਦਾ ਹੈ ਕਿ ਜੀ ਜੱਜ ਸਾਹਿਬ ਨੇ ਤਾਂ ਪਹਿਲਾਂ ਹੀ ਅਨਾਊਂਸ ਕਰਤਾ ਵੀ ਇਹ ਬੰਦਾ ਦੋਸ਼ੀ ਹੈ। ਇੰਨਾ ਲਿਖਣ ਨਾਲ ਹੀ ਉਹਨੇ ਅਨਾਊਂਸ ਕਿਹਾ ਹੋਵੇ ਵੀ ਇਹ ਤਾਂ ਦੋਸ਼ੀ ਆ ਯਾਰ, ਇਹਨੇ ਕੀ ਬਚਣਾ, ਇਹ ਕਹਿਤਾ ਹੋਵੇ ਅਦਾਲਤ 'ਚ। ਇਸ ਗੱਲ ਤੇ ਉਹ ਜੱਜ ਫਿਰ ਕੇਸ ਨਹੀਂ ਸੁਣ ਸਕਦਾ, ਉਹ ਕੇਸ ਵਾਪਸ ਹੋ ਜਾਂਦਾ, ਉਹਦੇ ਕੋਲੋਂ ਦੂਜੇ ਜੱਜ ਕੋਲ ਚਲਾ ਜਾਂਦਾ ਜੇ ਉਹ ਬੰਦਾ ਕਹਿ ਦੇ। ਹੁਣ ਇੱਥੇ ਕਿਸਾਨਾਂ ਨੇ ਕਹਿਤਾ ਵੀ ਇਹ ਤਾਂ ਪਹਿਲਾਂ ਹੀ ਲਿਖ ਕੇ ਕਹਿੰਦੇ ਨੇ ਕਾਨੂੰਨ ਠੀਕ ਨੇ, ਸੋ ਇਹਨਾਂ ਨੂੰ ਆਪ ਵੀ ਨਹੀਂ ਆਉਣਾ ਚਾਹੀਦਾ ਸੀ, ਇਹਨਾਂ ਨੂੰ ਕਮੇਟੀ 'ਚ ਰੱਖੇ ਵੀ ਨਹੀਂ ਜਾਣਾ ਚਾਹੀਦਾ ਸੀ। ਹੁਣ ਆਹ 2-3 ਨੈਤਿਕਤਾ ਜਿਹੜੀਆਂ ਮੈਂ ਨੈਤਿਕਤਾ ਦੀਆਂ ਗੱਲਾਂ ਮੈਂ ਤੁਹਾਨੂੰ ਦੱਸਤੀਆਂ ਨੇ, ਉਹ ਦੁਬਾਰਾ ਕਰਤੀਆਂ ਨੇ। ਇਹ ਤੀਜੀ ਵੱਡੀ ਨੈਤਿਕਤਾ ਇਹ ਹੈ ਕਿ ਜਦ ਕਿਸਾਨ ਅੰਦੋਲਨ ਸ਼ੁਰੂ ਕਰਨ ਲੱਗੇ ਨੇ, ਉਦੋਂ ਉਹਨਾਂ ਨੇ ਇਹ ਜਿਹੜਾ ਪਟਾਰਾ ਖੋਲ੍ਹਿਆ ਔਰ ਗੈਰ ਕਾਨੂੰਨੀ ਖੋਲ੍ਹਿਆ, ਤੇ ਉਹ ਜਿਹੜਾ ਪਟਾਰਾ ਖੋਲ੍ਹਿਆ ਉਹ ਤੋਂ ਸਪਸ਼ਟ ਪਤਾ ਲੱਗਦਾ ਵੀ ਇਹ ਕਿਸਾਨ ਵਿਰੋਧੀ ਨੇ ਮੈਂਬਰ। ਇਹ ਮੈਂਬਰ ਜਿਹੜੇ ਨੇ ਕਿਸਾਨ ਵਿਰੋਧੀ ਨੇ, ਕਾਰਪੋਰੇਟ ਦੇ ਪੱਖ ਦੇ ਨੇ, ਆਪਦੇ ਆਪ ਨੂੰ ਮਾਹਰ ਕਹਿੰਦੇ ਮੈਂ ਸ਼ੇਤਕਾਰੀ ਸੰਗਠਨਾਂ ਜੀ, ਮੈਂ ਫਲਾਣੀ ਸੰਗਠਨਾਂ, ਮੈਂ ਫਲਾਣੀ, ਕਿਸੇ ਵੀ ਸੰਗਠਨ ਦੇ ਹੋਣ। ਸੋ ਇਹ ਰਿਪੋਰਟ ਦਾ ਤਾਂ ਇੰਨਾ ਹੀ ਮੇਰਾ ਖਿਆਲ ਹੈ ਖੁਲਾਸਾ ਚੰਗਾ ਹੈ, ਇਹਦੇ ਵਿੱਚੋਂ ਹੀ ਸਾਰੀ ਗੱਲ ਨਿਕਲਦੀ ਹੈ। ਜੀ ਬਿਲਕੁਲ। ਡਾਕਟਰ ਸਾਹਿਬ, ਜਿਵੇਂ ਹੁਣ ਕਿਸਾਨ ਆਗੂ ਤਿਆਰੀ ਕਰ ਰਹੇ ਨੇ ਕਿ ਅਸੀਂ MSP ਦੇ ਉੱਤੇ, ਆਪਣੀ ਤਮਾਮ ਮੰਗਾਂ ਦੇ ਉੱਤੇ ਖਿਲਾਫ ਅਸੀਂ ਲੜਾਈ ਲੜਾਂਗੇ ਸੈਂਟਰ ਹਕੂਮਤ ਦੇ ਖਿਲਾਫ, ਉਸ ਮੌਕੇ ਦੇ ਉੱਤੇ ਇਸ ਰਿਪੋਰਟ ਦਾ ਆਉਣਾ ਉਸ ਲੜਾਈ ਦੇ ਉੱਤੇ ਕਿੰਨਾ ਕੁ ਪ੍ਰਭਾਵ ਪਾਊਗੀ? ਉਸ ਮੌਕੇ ਤੇ ਰਿਪੋਰਟ ਦਾ ਆਉਣਾ, ਬਲਕਿ ਮੈਂ ਕਹਾਂਗਾ ਉਹ ਲੜਾਈ ਨੂੰ ਤਕੜਾ ਕਰੂਗੀ, ਕਿਉਂਕਿ ਹੁਣ ਉਹਨਾਂ ਨੂੰ ਤਾਂ ਭਾਵੇਂ ਨਾ ਇਕੱਠੇ ਹੁੰਦੇ, ਪ੍ਰਭਾਵ ਤਾਂ ਸਰਕਾਰ ਤਾਂ ਆਪਦੇ ਪੁੱਠੇ ਪ੍ਰਭਾਵ ਪਾਉਣ ਦੀ ਕੋਸ਼ਿਸ਼ ਕਰਦੀ ਹੋਈ ਹੈ ਵੀ ਜੀ ਦੇਖੋ ਜੀ ਹੁਣ ਇਹ ਹੋਣਾ ਨਹੀਂ, ਇਹ ਐਂ ਹੋ ਗਿਆ, ਇਹ ਹੁਣ ਤਾਂ ਰਿਪੋਰਟ ਵੀ ਆ ਗਈ। ਉਹ ਰਿਪੋਰਟ ਦੀ ਕੋਈ ਵੈਲਿਊ ਨਹੀਂ, ਕਿਉਂਕਿ ਉਹ ਬਾਈਕਾਟ ਕਰੀ ਹੋਈ ਹੈ। ਉਹ ਜਿਹੜੇ ਵੇਲੇ ਰਿਪੋਰਟ, ਜਿਵੇਂ ਤੁਸੀਂ ਪਹਿਲਾਂ ਹੀ ਕਿਹਾ, ਸਾਲ ਪਹਿਲਾਂ ਜਿਹੜੀ ਕਮੇਟੀ ਬਣੀ ਸੀ, ਉਹਦੀ ਰਿਪੋਰਟ ਦਾ ਹੁਣ ਕੋਈ ਔਚਿੱਤ ਨਹੀਂ ਰਹਿ ਗਿਆ। ਸੁਪਰੀਮ ਕੋਰਟ 'ਚ ਰਿਪੋਰਟ ਪੇਸ਼ ਕਰਨ, ਜੋ ਮਰਜ਼ੀ ਕਰਤੀ, ਜੋ ਸੁਪਰੀਮ ਕੋਰਟ ਖੋਲ੍ਹੇ ਜਾਂ ਨਾ ਖੋਲ੍ਹੇ, ਕਿਉਂਕਿ ਕਾਨੂੰਨ ਹੀ ਵਾਪਸ ਹੋ ਗਏ। ਝਗੜਾ ਤਾਂ ਕਾਨੂੰਨ ਵਾਪਸ ਦੇ ਉੱਤੇ ਸੀ। ਹੁਣ ਆ ਗਿਆ ਵੀ ਉਹ MSP ਮੰਗਦੇ ਨੇ। MSP 'ਚ ਇਹ ਰਿਪੋਰਟ ਅੱਗੇ ਲਿਆਉਣ ਦਾ ਮਤਲਬ ਉਹਨਾਂ ਦਾ ਇਹ ਹੈ, ਸਰਕਾਰ ਦਾ ਤਾਂ, ਕਿ ਜੀ ਦੇਖੋ ਅਸੀਂ MSP ਕਿੱਥੋਂ ਦੇ ਦੀ, ਆਹ ਦੇਖ ਲਓ ਐਕਸਪਰਟਸ ਨੇ ਕਹਿਤਾ, ਪਰ ਉਹ ਤਾਂ ਉਹਨਾਂ ਨੇ ਰੱਦ ਕਰਿਆ ਹੋਇਆ, ਇਸ ਕਰਕੇ ਉਹਨਾਂ ਦੇ ਕਹੇ ਦਾ ਕੋਈ ਮਤਲਬ ਨਹੀਂ। ਹਾਂ, ਇਹਦਾ ਇੱਕ ਅਸਰ ਪੈ ਸਕਦਾ ਹੈ, ਉਹ ਇਹ ਕਿ ਕਿਸਾਨਾਂ 'ਚ ਰੋਹ ਜਾਗੇਗਾ ਵੀ ਯਾਰ ਇਹ ਤਾਂ ਸੱਚੀ ਮੁੱਚੀ ਮੁੜ ਕੇ ਸਾਡੀ ਗੱਲ ਕਿੱਥੇ ਤੱਕ ਕਿਹਾ ਸੀ ਵੀ ਅਸੀਂ MSP ਕਮੇਟੀ ਬਣਾਵਾਂਗੇ, ਇਹ ਤਾਂ ਕਮੇਟੀ 'ਚੋਂ ਭੱਜਣ ਦੀ ਤਰੀਕਾ ਹੈ। ਇਹ ਜਿਹੜੀ ਰਿਪੋਰਟ ਜਾਰੀ ਕਰਨਾ ਹੈ, ਇਹ ਕਮੇਟੀ ਬਣਾਉਣ ਵਾਲੇ ਪ੍ਰਕਿਰਿਆ 'ਚੋਂ ਸਰਕਾਰ ਦਾ ਭੱਜਣ ਦਾ ਇੱਕ ਬਹਾਨਾ ਬਣਾਉਣ ਦੀ ਗੱਲ ਹੈ। ਕਿ ਆਹ ਦੇਖ ਲਓ ਜੀ ਕਮੇਟੀ ਨੇ ਤਾਂ ਪਹਿਲਾਂ ਵੀ ਰਿਪੋਰਟ ਦਿੱਤੀ ਹੈ, ਹੋਰ ਕਮੇਟੀ ਬਣਾ ਕੇ ਕੀ ਕਰਨੀ ਹੈ, ਗੱਲ ਇੱਥੇ ਹੈ। ਸੋ ਕਿਸਾਨਾਂ 'ਚ ਇਹ ਰੋਹ ਜਗਾਏਗੀ। ਦੂਜੀ ਗੱਲ ਇਹਦਾ ਇੱਕ ਹੋਰ ਵੀ ਹੋਏਗਾ ਕਿ ਜਿਹੜੀਆਂ ਕਿਸਾਨ ਜਥੇਬੰਦੀਆਂ ਅਸੀਂ ਚੋਣ ਲੜਨ ਕਰਕੇ
ਪਾਟੋ-ਧਾੜ ਹੋਈਆਂ ਸੀ। ਮੈਨੂੰ ਲੱਗਦਾ ਉਹਨਾਂ ਨੂੰ ਵੀ ਏਕਾ ਕਰਨਾ ਪਏਗਾ ਤੇ ਉਸ ਏਕੇ ਲਈ ਯਤਨ ਵੀ ਹੋ ਰਹੇ ਨੇ, ਕਿਉਂਕਿ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਸੰਯੁਕਤ ਸਮਾਜ ਮੋਰਚੇ ਦੀ ਮਦਦ ਕਰੀ ਸੀ, ਸਪੋਰਟ ਕਰੀ ਸੀ, ਆਪ ਭਾਵੇਂ ਚੋਣ ਨਹੀਂ ਲੜੀਆਂ ਸੀ, ਉਹ ਜਥੇਬੰਦੀਆਂ ਨੇ ਕੱਲ੍ਹ 7-8 ਨੇ ਇਕੱਠੇ ਹੋ ਕੇ ਕਿਹਾ ਕਿ ਅਸੀਂ ਦੋਹਾਂ ਪਾਸਿਆਂ ਨੂੰ ਕਹਿੰਦੇ ਹਾਂ ਤੇ ਇਹਨਾਂ ਨੂੰ ਅਸੀਂ ਇੱਕ ਦੂਜੇ ਦੇ ਨੇੜੇ ਲਿਆਉਂਦੇ ਹਾਂ। ਤੇ ਜਿਨ੍ਹਾਂ ਨੇ ਚੋਣ ਲੜੀ ਸੀ ਉਹਨਾਂ ਨੂੰ ਆਪਣੀ ਜਿੱਦ ਨਹੀਂ ਕਰਨੀ ਚਾਹੀਦੀ, ਕਿਉਂਕਿ ਅਸੀਂ ਸਿਆਸੀ ਬੰਦਿਆਂ ਨੂੰ ਆਪਦੀ ਸਟੇਜ 'ਤੇ ਨਹੀਂ ਜਾਣ ਦਿੰਦੇ। ਉਹ ਹੁਣ ਸਿਆਸਤ ਆ ਗਏ, ਉਹ ਲੀਡਰ ਪਰਾਂ ਹੋ ਜਾਣ ਬੇਸ਼ੱਕ, ਇੱਥੋਂ ਤੱਕ ਦਾ ਵੀ ਉਹਦੇ 'ਚ ਹਿੰਟ ਹੈਗਾ। ਮੈਂ ਨਹੀਂ ਕਹਿੰਦਾ ਵੀ ਉਹਨਾਂ ਨੇ ਕਿਹਾ ਹੈ, ਪਰ ਉਹਦੇ 'ਚੋਂ ਇਸ਼ਾਰਾ ਇਹ ਹੈ ਕਿ ਜਿਨ੍ਹਾਂ ਨੇ ਚੋਣ ਲੜੀ ਸੀ ਵੱਡੇ ਲੀਡਰਾਂ ਨੇ, ਉਹ ਬੇਸ਼ੱਕ ਨਾ ਜਾਣ ਕਿਸਾਨ ਜਥੇਬੰਦੀਆਂ 'ਚ। ਉਹਨਾਂ ਦਾ ਠੀਕ ਹੈ, ਇੱਕ ਬੜਾ ਵੱਡਾ ਕੱਦ ਬਣ ਗਿਆ ਸੀ ਉਹਨਾਂ ਦਾ ਕੱਦ-ਕਾਠ, ਉਹ ਕੱਦ-ਕਾਠ ਉਹਨਾਂ ਨੇ ਆਪ ਹੀ ਨੀਵਾਂ ਕਰਿਆ, ਕਿਸੇ ਨੇ ਤਾਂ ਕਰਾਇਆ ਨਹੀਂ ਉਹਨਾਂ ਦਾ। ਤੇ ਉਹਦੇ ਵਿੱਚ ਗਾਹਾਂ ਉਹਨਾਂ ਦਾ ਇੰਨਾ ਹੀ ਨੀਵਾਂ ਹੋ ਗਿਆ ਵੀ ਸਾਰਿਆਂ ਦੀ ਜ਼ਬਾਨ ਤੇ ਹੀ ਜ਼ਬਤ ਨੇ। ਜ਼ਬਾਨ ਤਾਂ ਕੀ ਜ਼ਬਤ ਨੇ, ਵੋਟਾਂ ਹੀ 15-15 1600 ਆਈ ਹੈ, 1700 2000 ਦੇ ਨੇੜੇ। ਸੋ ਇਸ ਕਰਕੇ ਇਹ ਜਿਹੜੀ ਰਿਪੋਰਟ ਇਸ ਵੇਲੇ ਨਸ਼ਰ ਕਰੀ ਹੈ ਸਰਕਾਰ ਨੇ, ਤਾਂ ਆਪਣੀ ਸ਼ੈਤਾਨੀ ਨਾਲ ਨਸ਼ਰ ਕਰਵਾਈ ਹੈ। ਇਹ ਸਰਕਾਰ ਦੀ ਰਾਏ ਤੋਂ ਬਿਨਾਂ ਨਹੀਂ ਹੋ ਸਕਦੀ। ਪਹਿਲੀ ਗੱਲ ਮੈਂ ਤੁਹਾਨੂੰ ਦੱਸ ਦਿੰਦਾ, ਇਹ ਕੋਈ ਇਕੱਲਾ ਵਿਅਕਤੀ ਨਹੀਂ ਕਰ ਸਕਦਾ। ਇਹ ਸਰਕਾਰ ਦੀ ਰਾਏ ਹੋਏਗੀ, ਜਾਂ ਕਿਸੇ ਏਜੰਸੀ ਦੀ ਰਾਏ ਹੋਏਗੀ, ਜਾਂ ਫਿਰ ਇਹਦੇ ਵਿੱਚ ਬੀਜੇਪੀ ਪਾਰਟੀ ਤੇ RSS ਦੀ ਰਾਏ ਹੋਏਗੀ, ਕਿਉਂਕਿ ਬੰਦੇ ਉਹਨਾਂ ਦੇ ਨੇੜੇ ਨੇ ਇਹ। ਸੋ ਇਸ ਕਰਕੇ ਇਹ ਰਿਪੋਰਟ ਤਾਂ ਰਿਲੀਜ਼ ਜਿਹੜੀ ਜਾਰੀ ਕਰਾਉਣ ਵਾਸਤੇ ਤਾਂ ਕੋਈ ਨਾ ਕੋਈ ਚਾਲ ਹੈਗੀ ਹੈ। ਉਹ ਕਿਸੇ ਤਾਕਤ ਦੀ ਚਾਲ ਹੈ ਜਿਹੜੀ ਕਿਸਾਨ ਵਿਰੋਧੀ ਤਾਕਤ ਹੈ। ਕਿਸਾਨ ਵਿਰੋਧੀ ਤਾਕਤ ਨਹੀਂ ਚਾਹੁੰਦੀ ਕਿ ਕਿਸਾਨ ਇਕੱਠੇ ਹੋਣ। ਉਹਨੇ ਆਪਦੇ ਵੱਲੋਂ ਜਾਰੀ ਕਰੀ ਹੈ ਡਰਾਉਣ ਵਾਸਤੇ, ਤੇ ਇਹ ਕਹਿਣ ਵਾਸਤੇ ਵੀ ਹੁਣ MSP ਕਮੇਟੀ ਬਣਾਉਣ ਦਾ ਕੋਈ ਮਤਲਬ ਨਹੀਂ ਹੈ। ਆਹ ਦੇਖ ਲਓ ਰਿਪੋਰਟ ਆ ਗਈ ਹੈ, ਪਰ ਪਊ ਉਹਨਾਂ ਨੂੰ ਉਲਟੀ। ਤੇ ਇਹ ਹੈਗਾ ਕੁੱਬੇ ਦੇ ਕਿਸਾਨਾਂ ਵਾਸਤੇ, ਕੁੱਬੇ ਦੇ ਲੱਤ ਲੋਟ ਲਾਉਣ ਵਾਲੀ ਗੱਲ ਹੋ ਜੂਗੀ ਵੀ ਇਹਨਾਂ ਨੇ ਤਾਂ ਆਪਦੇ ਵੱਲੋਂ ਠਿੱਬੀ ਲਾਈ ਹੈ। ਜਿਵੇਂ ਪਹਿਲਾਂ ਵੀ ਇਹਨਾਂ ਤੇ 3 ਵੇੜ ਲਿਆਂਦੇ ਸੀ, ਜਿੰਨਾ ਇਹ ਜ਼ਿਆਦਾ ਵਾਲੇ ਉਹਨੇ ਕਿਸਾਨ ਜ਼ਿਆਦਾ ਇਕੱਠੇ ਹੋ ਗਏ। 380 ਦਿਨ ਸਟਰਗਲ ਐਵੇਂ ਤਾਂ ਨਹੀਂ ਟਲਿਆ ਗਿਆ, ਇਦਾਂ ਹੀ ਹੋਣਾ ਹੈ। ਸੋ ਮੈਨੂੰ ਐਂ ਲੱਗਦਾ ਹੈ ਵੀ ਆਪਾਂ ਨੂੰ ਇਸ ਰਿਪੋਰਟ ਤੋਂ ਬਹੁਤੀ ਚਿੰਤਾ ਕਰਨ ਦੀ ਲੋੜ ਨਹੀਂ ਹੈ। ਇਹ ਸ਼ਰਾਰਤਬਾਜ਼ੀ ਹੈਗੀ ਹੈ, ਇਹ ਅੱਜ ਨਹੀਂ ਕਰੀ ਸੀ। ਇੱਕ ਗੱਲ ਮੈਂ ਹੋਰ ਇਸੇ ਰਿਪੋਰਟ ਬਾਰੇ ਕਹਿਣਾ ਚਾਹਾਂਗਾ। ਜਦ ਕਾਨੂੰਨ ਅਜੇ ਵਾਪਸ ਨਹੀਂ ਹੋਏ ਸੀ, 10 ਦਿਨ ਰਹਿੰਦੇ, 10 ਦਿਨ 15 ਦਿਨਾਂ ਬਾਅਦ ਹੋਏ ਨੇ, ਉਹਦੇ ਵਿੱਚ ਦੀ ਇਹਨਾਂ ਨੇ ਜਿਹੜੇ ਕਿਸਾਨਾਂ ਦੇ ਸਮਰਥਕ ਸੀਗੇ ਉਹਨਾਂ ਤੋਂ ਵੀ ਕਹਾਉਣਾ ਸ਼ੁਰੂ ਕਰਤਾ ਕਿ ਜੀ ਉਹ ਜਿਹੜੀ ਰਿਪੋਰਟ ਸੁਪਰੀਮ ਕੋਰਟ 'ਚ ਉਹਨੂੰ ਜੱਗਰ ਕਰੋ, ਉਹਨੂੰ ਕਰੋ ਲੋਕਾਂ ਦੇ ਵਿੱਚ। ਉਹ ਕਿਉਂ ਨਹੀਂ, ਉਹਨਾਂ ਨੂੰ ਕਿਸੇ ਨੂੰ ਕਹਿਤਾ ਵੀ ਇਸ ਤਾਂ ਕਿਸਾਨਾਂ ਦੇ ਹੱਕ 'ਚ ਉੱਥੇ ਰਿਕਮੈਂਡ ਕਰਿਆ ਹੋਇਆ। ਇਹ ਕਹਾਤ ਆ, ਬੰਦੇ ਦੇਖਦੇ ਦੂਰ ਤਾਂ ਇਹੀ ਜੀ ਨਾ। ਚੋਣਾਂ 'ਚ ਆਪਾਂ ਦੇਖ ਹੀ ਲਿਆ ਜੋ ਹਾਲ ਹੋਇਆ ਸੰਯੁਕਤ ਸਮਾਜ ਮੋਰਚੇ ਦਾ। ਸੋਚ ਤਾਂ ਕਈ ਵਾਰੀ ਏਡੀ ਕੀ ਲੈਵਲ ਤੇ ਹੁੰਦੀ ਹੈ। ਕਈਆਂ ਨੇ ਕਹਿਣਾ ਸ਼ੁਰੂ ਕਰਤਾ, ਸੋ ਕਾਲਡ ਬੁੱਧੀਜੀਵੀ ਤਾਂ ਦੇਖੋ ਜੀ, ਇਹ ਕਈ ਕਿਸਾਨ ਲੀਡਰਾਂ ਨੂੰ ਕਹਾਉਣਾ ਸ਼ੁਰੂ ਕਰਤਾ। ਉਹਦੇ ਵਿੱਚ ਫਿਰ ਜਿਹੜੇ ਲੋਕ ਇਸ ਗੱਲ ਨੂੰ ਚਾਲ ਨੂੰ ਸਮਝਦੇ ਸੀ, ਕਿਸਾਨ ਲੀਡਰ ਵੀ ਤੇ ਜਿਹੜੇ ਉਹਨਾਂ ਦੇ ਸਮਰਥਕ ਬਾਹਰ ਬੈਠੇ ਗੱਲਾਂ ਕਰਦੇ ਸੀ, ਉਹਨਾਂ ਸਾਰਿਆਂ ਨੇ ਕਹਿਣਾ ਸ਼ੁਰੂ ਕੀਤਾ ਵੀ ਰਿਪੋਰਟ ਆਪਾਂ ਉਹ ਜ਼ਿਕਰ ਕਰਾਉਣ 'ਚ ਆਪਾਂ ਨੂੰ ਕੀ ਲੋੜ ਹੈ। ਉਹ ਤਾਂ ਪਹਿਲਾਂ ਹੀ ਸਾਨੂੰ ਪਤਾ ਵੀ ਸਾਡੇ ਉਲਟੀ ਲਿਖੀ ਹੋਣੀ ਹੈ, ਵੀ ਅਸੀਂ ਕਾਹਦੇ ਵਾਸਤੇ ਕਹਿਣਾ ਵੀ ਸਾਨੂੰ ਭਾਈ ਉਹ ਰਿਪੋਰਟ ਸਾਡੇ ਸਾਹਮਣੇ ਦਿਓ, ਸਾਡੇ ਫੇਵਰ 'ਚ ਨਹੀਂ ਹੈਗੀ ਉਹ। ਇਹ ਸਭ ਝੂਠ ਬੋਲਿਆ ਜਾ ਰਿਹਾ ਹੈ। ਇਹ ਤਾਂ ਵਾਪਸ ਇਹ ਲਿਆਉਣਾ ਚਾਹੁੰਦੇ ਨੇ ਵੀ ਜੇ ਰਿਪੋਰਟ ਇੱਕ ਵਾਰੀ ਬਾਹਰ ਅਸੀਂ ਮੰਗ ਕੇ ਕਢਾ ਲਈਏ, ਫਿਰ ਸਾਨੂੰ ਉਹਦੇ ਤੇ ਪਾਬੰਦ ਹੋਣਾ ਪਊਗਾ। ਅਸੀਂ ਕਿਉਂ ਮੰਗੀਏ? ਸੋ ਕਿਸਾਨਾਂ ਨੇ ਉਦੋਂ ਸਿਆਣਪ ਕਰੀ। ਕਿਸਾਨਾਂ ਨੇ ਆਪਦੀ ਬਹੁਤ ਤੀਖਣ ਬੁੱਧੀ ਦਿਖਾਈ ਕਿ ਅਸੀਂ ਨਹੀਂ ਮੰਗਣੀ ਇਹ ਰਿਪੋਰਟ, ਅਸੀਂ ਨਹੀਂ ਚਾਹੁੰਦੇ ਆਵੇ ਹੋਵੇ ਨਾ ਆਵੇ, ਜੋ ਮਰਜ਼ੀ ਕਰਨੇ। ਸੋ ਹੁਣ ਵੀ ਇਹੀ ਗੱਲ ਹੈ, ਇਹ ਰਿਪੋਰਟ ਆ ਗਈ ਜਾਂ ਨਾ ਆ ਗਈ, ਹਾਂ ਇਹਦਾ ਧਿਆਨ ਇਹ ਰੱਖ ਕੇ ਕਿ ਇਕੱਠੇ ਹੋਣ ਵਾਲੀ ਪ੍ਰਕਿਰਿਆ ਨੂੰ ਥੋੜਾ ਤੇਜ਼ ਕਰ ਲੈਣ ਤੇ ਆਪਦੇ ਅੰਦੋਲਨ ਨੂੰ ਵਧਾਉਣਾ ਸ਼ੁਰੂ। ਜੀ ਬਿਲਕੁਲ ਡਾਕਟਰ ਸਾਹਿਬ, ਤੁਸੀਂ ਵੀ ਇਸ ਗੱਲ ਦਾ ਜ਼ਿਕਰ ਕੀਤਾ। ਜਾਂਦੇ ਜਾਂਦੇ ਇੱਕ ਗੱਲ ਤੁਹਾਡੇ ਕੋਲੋਂ ਹੋਰ ਮੈਂ ਸਮਝਣੀ ਚਾਹੁੰਦਾ ਕਿ ਜਿਵੇਂ ਆਹ ਰਿਪੋਰਟ ਸੁਪਰੀਮ ਕੋਰਟ ਕੋਲੇ ਸਬਮਿਟ ਹੈ, ਤਾਂ ਫਿਰ ਕਾਨੂੰਨ ਤੋਂ ਉੱਪਰ ਹੋ ਕੇ ਇੱਕ ਮੈਂਬਰ ਵੱਲੋਂ ਇਹ ਰਿਪੋਰਟ ਜਾਰੀ ਕਰ ਦੇਣਾ, ਤੁਸੀਂ ਵੀ ਇਹ ਗੱਲ ਕਹੀਏ ਕਿ ਸਰਕਾਰ ਦੀ ਸ਼ਹਿ ਹੋ ਸਕਦੀ ਹੈ, ਏਜੰਸੀਆਂ ਦੀ ਸ਼ਹਿ ਹੋ ਸਕਦੀ ਹੈ, ਫਿਰ ਤਾਂ ਦੇਖੋ ਆ ਵੀ ਘਾਤਕ ਹੈ ਨਾ ਲੋਕਾਂ ਦੇ ਲਈ ਕਿ ਤੁਸੀਂ ਕਾਨੂੰਨ ਤੋਂ ਉੱਪਰ ਹੋ ਕੇ ਆਪਣੀਆਂ ਮਨਮਰਜ਼ੀਆਂ ਕਰੋਗੇ। ਬਿਲਕੁਲ, ਕਾਨੂੰਨ ਤੋਂ ਵੀ ਨੈਤਿਕਤਾ ਤੋਂ ਵੀ, ਦੋਨੇ ਗੱਲਾਂ ਤੋਂ ਉੱਪਰ ਉੱਠ ਕੇ ਕਰ ਰਹੇ ਨੇ। ਜਿਹੜੀ ਇਹ ਕਾਨੂੰਨ ਵੀ ਤੋੜਿਆ, ਨੈਤਿਕਤਾ ਵੀ ਤੋੜੀ ਹੈ। ਸੋ ਇਸ ਕਰਕੇ ਇਹਨਾਂ ਮੈਂਬਰਾਂ ਦੀ ਰਿਪੋਰਟ ਨੂੰ ਤਾਂ ਵੈਸੇ ਹੀ ਨਹੀਂ ਮੰਨਿਆ ਜਾਣਾ ਚਾਹੀਦਾ। ਜਿਹੜੇ ਮੈਂਬਰ ਪਹਿਲਾਂ ਹੀ ਕਹਿੰਦੇ ਨੇ ਕਾਨੂੰਨ ਠੀਕ ਨੇ, ਜਿਹੜੇ ਮੈਂਬਰ ਪਹਿਲਾਂ ਹੀ ਕਿਸਾਨ ਵਿਰੋਧੀ ਬਿਆਨ ਦਿੰਦੇ ਨੇ, ਚਾਹੇ ਉਹ ਆਪਦੇ ਆਪ ਨੂੰ ਕਿਸਾਨ ਕਹਿ ਕੇ ਬਿਆਨ ਦੇ ਰਹੇ ਨੇ, ਕੋਈ ਖੇਤਕਾਰੀ ਸੰਗਠਨ ਫਲਾਣਾ ਸੰਗਠਨ ਕਹਿ ਕੇ, ਉਹਦਾ ਕੋਈ ਮਤਲਬ ਨਹੀਂ ਹੈ। ਐਂ ਤਾਂ ਜਿਹੜੇ ਆ ਪੰਜਾਬ ਵਾਲੀ ਸੀ, ਉਹ ਵੀ ਕਿਸੇ ਕਿਸਾਨ ਦੀ ਯੂਨੀਅਨ ਦੇ ਵੀ ਕਿਸੇ ਜ਼ਮਾਨੇ 'ਚ ਰਹੇ ਨੇ। ਸੋ ਇਸ ਕਰਕੇ ਜਿਹੜਾ ਇਹ ਕਿਸਾਨ ਯੂਨੀਅਨਾਂ ਦਾ ਨਾਮ ਲੈ ਕੇ ਕਿਸਾਨ ਵਿਰੋਧੀ ਸਟੈਂਡ ਹੈ, ਇਹ ਨਾ ਨੈਤਿਕ ਹੈ, ਨਾ ਇਹ ਕਾਨੂੰਨੀ ਹੈ, ਇਹ ਕਾਨੂੰਨ ਨੂੰ ਵੀ ਤੋੜਦਾ ਹੈ। ਸੋ ਇਸ ਕਰਕੇ ਇਹਨਾਂ ਦੀ ਰਿਪੋਰਟ ਮੰਨਣ ਦਾ ਕੋਈ ਮਤਲਬ ਨਹੀਂ, ਇਹਨਾਂ ਦੀ ਰਿਪੋਰਟ 'ਤੇ ਧਿਆਨ ਦੇਣ ਦਾ ਕੋਈ ਮਤਲਬ ਨਹੀਂ। ਔਰ ਜਿਹੜੇ ਕਿਸਾਨ ਨੇ, ਜਥੇਬੰਦੀਆਂ ਨੇ, ਉਹਨਾਂ ਨੂੰ ਜੇ ਕੋਈ ਪੁੱਛੋ, ਉਹਨਾਂ ਨੂੰ ਸਪਸ਼ਟ ਕਹਿ ਦੇਣਾ ਚਾਹੁੰਦੇ ਵੀ ਕਾਹਦੀ ਰਿਪੋਰਟ ਹੈ, ਇਹ ਤਾਂ ਐਵੇਂ ਕਾਗਜ਼ਾਂ ਦਾ ਪਰਿੰਦਾ ਸੀ, ਇਹਨਾਂ ਨੇ ਆਪਦਾ ਝੂਠ ਮੂਠ ਦਾ ਜਿਹਾ ਜਿਹਾ ਬਣਾਉਣਾ ਸੀ ਬਣਾਤਾ। ਉਹ ਪਹਿਲਾਂ ਹੀ ਪਤਾ ਸੀ, ਜਿਹੜੀ ਗੱਲ ਸਾਹਮਣੇ ਪਹਿਲਾਂ ਹੀ ਦਿਖਦੀ ਹੋਵੇ ਤਾਂ ਆਹੀ ਕਰਨਾ ਜੀ, ਉਹੀ ਉਹਨਾਂ ਨੇ ਕਰਿਆ। ਉਹਦੇ ਸਪਸ਼ਟ ਕਹਿਤਾ, ਕੋਈ ਕਾਰਨ ਬਹਾਨੇਬਾਜ਼ੀ ਕਰਨੀ
ਜੇ ਤੁਸੀਂ ਦੇਸ਼ ਦੇ ਵਿੱਚ ਤਾਂ ਤਰ੍ਹਾਂ ਹੋਈ ਪਈ ਹੈ। ਆ ਕਰੋਨਾ 'ਚ ਕੀ ਹਾਲ ਹੋਇਆ ਸੀ, ਲੋਕਾਂ ਨੂੰ ਰੋਟੀ ਨਹੀਂ ਮਿਲੀ। ਦੇਸ਼ ਦੇ ਵਿੱਚ ਨੌਕਰੀਆਂ ਘੱਟ ਗਈਆਂ, ਰੁਜ਼ਗਾਰ ਘੱਟ ਗਏ। ਤੁਸੀਂ ਰੁਜ਼ਗਾਰ ਦੇ ਨਹੀਂ ਰਹੇ ਲੋਕਾਂ ਨੂੰ, ਰੋਟੀ ਤਾਂ ਚਾਹੀਦੀ ਹੈ, ਕੋਈ ਉਹਦਾ ਰੇਟ ਤਾਂ ਚਾਹੀਦਾ ਵੀ ਸਸਤੀ ਮਿਲ ਜੇ। ਤੁਸੀਂ ਸਸਤੀ ਰੋਟੀ ਵੀ ਖਵਾਉਣ ਲੱਗੇ ਹੋ। ਆਟਾ ਦਾਲ ਦੀ ਸਕੀਮ ਕਿੱਥੋਂ ਦਿਓਗੇ? ਇਹਦਾ ਮਤਲਬ ਤੁਸੀਂ ਆਟਾ ਦਾਲ ਵੀ ਘਟਾਓਗੇ, ਤੁਸੀਂ ਲੋਕਾਂ ਨੂੰ ਜਿਹੜਾ ਅੰਨ ਦਿੰਦੇ ਉਹ ਵੀ ਘਟਾਓਗੇ। ਜਿਹੜੀ ਫੂਡ ਸਿਕਿਉਰਿਟੀ ਹੈ, ਯਾਨੀ ਕਿ ਭੋਜਨ ਸੁਰੱਖਿਆ, ਉਹਦੇ ਉੱਤੇ ਵੀ ਤੁਸੀਂ ਹਮਲਾ ਕਰੋਗੇ। ਸੋ ਇਹ ਸਰਕਾਰ ਦੇ ਹਮਲਿਆਂ ਦੀ ਤਿਆਰੀ ਹੈ, ਜਿਹਦੇ ਵਿੱਚ ਕਿਸਾਨਾਂ ਨੂੰ ਨਹੀਂ, ਇਕੱਲਿਆਂ ਨੂੰ, ਮਜ਼ਦੂਰਾਂ ਨੂੰ, ਦੁਕਾਨਦਾਰਾਂ ਨੂੰ, ਆੜ੍ਹਤੀਆਂ ਨੂੰ, ਆਮ ਬੰਦਿਆਂ ਨੂੰ, ਜਿਹੜੇ ਬੰਦਿਆਂ ਨੇ ਭੋਜਨ ਖਰੀਦ ਕੇ ਖਾਣਾ ਹੈ, ਉਹਨਾਂ ਸਾਰਿਆਂ ਨੂੰ ਇਕੱਠੇ ਹੋ ਜਾਣਾ ਚਾਹੀਦਾ ਹੈ। ਜੀ ਬਿਲਕੁਲ ਡਾਕਟਰ ਸਾਹਿਬ, ਬਹੁਤ ਬਹੁਤ ਸ਼ੁਕਰੀਆ ਗੱਲਬਾਤ ਦੇ ਲਈ, ਧੰਨਵਾਦ ਜੀ। ਦੋਸਤੋ, ਸਾਡੇ ਨਾਲ ਜੁੜੇ ਹੋਏ ਸੀ ਉੱਘੇ ਵਿਦਵਾਨ ਡਾਕਟਰ ਪਿਆਰੇ ਲਾਲ ਗਰਗ ਸਾਹਿਬ। ਤੁਸੀਂ ਰਿਪੋਰਟ ਦਾ ਸੱਚ ਜਾਣਿਆ, ਤੁਸੀਂ ਬਣੇ ਰਹੋ ਤੁਹਾਡੇ ਆਪਣੇ ਚੈਨਲ ਲੋਕ ਕਰਨਾ ਚੈਨਲ ਪੰਜਾਬੀ ਤੇ। ਧੰਨਵਾਦ।